ਧੰਨ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੁੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ ਕਟੇ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ ਮੁਜੱਸਮਾ ਆਬੇ ਹਯਾਤ ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਮੁਕੱਦਸ ਹਜ਼ੂਰੀ ਦੇ ਅੰਦਰ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਤਿਨਾਂ ਦੇ ਪ੍ਰਕਾਸ਼ ਪੁਰਬ ਨੂੰ ਮਨਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ, ਜੋ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਮੁਬਾਰਕ ਹਜ਼ੂਰੀ ਦੇ ਅੰਦਰ ਸਜੇ ਹੋਏ ਦੀਵਾਨਾਂ ਦੇ ਵਿੱਚ ਸਾਹਿਬ ਦੀ ਮੁਬਾਰਕ ਬਾਣੀ ਦੇ ਰਸ ਭਿੰਨੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਇਤਿਹਾਸ ਨੂੰ ਆਪਾਂ ਕਵਿਤਾ ਰੂਪ ਦੇ ਵਿੱਚ ਭਾਈ ਵੀਰ ਸਿੰਘ ਜੀ ਹੁਣਾਂ ਪਾਸੋਂ ਸ਼ਰਵਣ ਕੀਤਾ ਹੈ। ਆਓ ਕੁਝ ਵਕਤ ਗੁਰਮਤ ਵਿਚਾਰ ਤੇ ਗੁਰ ਇਤਿਹਾਸ ਦੇ ਨਾਲ ਜੁੜਨ ਦਾ ਪ੍ਰਾਪਤ ਹੋਇਆ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸੁਰਤ ਨੂੰ ਇਕਾਗਰ ਚਿੱਤ ਕਰਦਿਆਂ ਹੋਇਆਂ ਉਸ ਮਾਲਕ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਜਿਨੇ ਸਾਨੂੰ ਜਿਉਣਾ ਬੜੇ ਅਣਖ ਦੇ ਨਾਲ ਸਿਖਾਇਆ ਹੈ। ਗੱਲਾਂ ਨੂੰ ਛੱਡ ਕੇ ਸੰਕੋਚ ਕਰਕੇ ਆਓ ਬੜੇ ਪਿਆਰ ਤੇ ਅਦਬ ਦੇ ਨਾਲ ਫਤਿਹ ਦੀ ਸਾਂਝ ਬਣਾਈਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਜਦੋਂ ਸਤਿਗੁਰਾਂ ਜੀ ਦਾ ਜੀਵਨ ਦੇਖਦੇ ਹਾਂ ਤੇ ਉਸ ਵਕਤ ਨੂੰ ਦੇਖਦੇ ਹਾਂ ਜਿਸ ਵਕਤ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਜਿਸ ਵਕਤ ਆਪਾਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਜ਼ਿਕਰ ਕੀਤਾ, ਸੰਖੇਪ 'ਚ ਆਪਾਂ ਜ਼ਿਕਰ ਕੀਤਾ ਸੀ ਕਿਵੇਂ ਹਰਗੋਬਿੰਦ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਵਕਤ ਬਾਬਾ ਪ੍ਰਿਥੀ ਚੰਦ ਨੇ ਹਰੇਕ ਹੀਲਾ ਹਰੇਕ ਉਹ ਤਰੀਕਾ ਅਪਣਾਇਆ ਜਿਹਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਬਾਲ ਉਮਰ ਦੇ ਵਿੱਚ ਹੀ ਉਹ ਸਰੀਰ ਨੂੰ ਖਤਮ ਕਰ ਦੇਵੇ। ਪਰ ਜਦੋਂ ਗੁਰੂ ਆਪ ਸਹਾਈ ਹੋਵੇ, ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦਾ ਰਾਖਾ ਹੋ ਜਾਵੇ, ਫਿਰ ਸੰਸਾਰ ਦੇ ਅੰਦਰ ਕਿਸੇ ਹੋਰ ਦੀ ਤਾਕਤ ਨਹੀਂ ਹੈ ਵੀ ਉਹ ਖਤਮ ਕਰ ਸਕਦਾ ਹੋਵੇ ਕਿਸੇ ਦੇ ਸਰੀਰ ਨੂੰ ਵੀ। ਤੇ ਜਿਹਦਾ ਭਰੋਸਾ ਜਿਹਦਾ ਅਕੀਦਾ ਰੱਬੀ ਬਾਣੀ ਦੇ ਉੱਤੇ ਹੋਵੇ, ਜਿਹੜਾ ਭਾਵਨਾ ਦੇ ਨਾਲ ਇਹ ਬਚਨ ਪੜ੍ਹਦਾ ਹੋਵੇ, ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਫੇਰ ਕੋਈ ਜ਼ਹਿਰ ਕੋਈ ਸੱਪ ਇੰਨੀ ਸਮਰੱਥਾ ਨਹੀਂ ਰੱਖਦਾ ਵੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਉਹ ਜ਼ਰਾ ਮਾਤਰ ਵੀ ਲੇਸ਼ ਲਾ ਸਕਦਾ ਹੋਵੇ, ਚੋਟ ਪਹੁੰਚਾ ਸਕਦਾ ਹੋਵੇ। ਭਾਈ ਗੁਰਦਾਸ ਸਾਹਿਬ ਨੂੰ ਪੜ੍ਹੀਏ ਤੇ ਜ਼ਿਕਰ ਕਰਦੇ ਨੇ, ਉਹਨਾਂ ਨੇ ਸ਼ਬਦ ਵਰਤਿਆ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ, ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਖਿਆਲ ਕਰਿਆ ਜੇ ਸ਼ਬਦ ਵਰਤਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਵੀ ਵਕਤ ਉਹ ਆ ਗਿਆ ਏ
ਹਾਲਾਤ ਇਦਾਂ ਦੇ ਬਣ ਗਏ ਨੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ। ਮੈਂ ਬਚਪਨ ਦੀਆਂ ਬਹੁਤੀਆਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਦੀਆਂ ਘਟਨਾਵਾਂ ਦਾ ਜ਼ਿਕਰ ਨਾ ਕਰਾਂ, ਸਮਾਂ ਬੜਾ ਸੀਮਤ ਹੈ। ਜਦੋਂ ਸਾਹਿਬ ਦੇ ਜੀਵਨ ਦੀ ਗੱਲ ਕਰਦੇ ਆ, ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਵੇਲੇ ਇਹ ਸ਼ਬਦ ਭਾਈ ਗੁਰਦਾਸ ਸਾਹਿਬ ਨੇ ਵਰਤੇ ਸਨ ਵੀ ਪਿਆਲਾ ਉਹ ਹੁੰਦਾ ਹੈ, ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਹੜਾ ਕਿਸੇ ਨੂੰ ਕੁਝ ਵੰਡ ਸਕਦਾ ਹੋਵੇ, ਜਿਹਦੇ ਚ ਵੰਡਣ ਦੀ ਸਮਰੱਥਾ ਹੈ। ਔਰ ਵੰਡਦਿਆਂ ਵੰਡਦਿਆਂ ਇੰਨਾ ਕੁਝ ਵੰਡ ਦਿੱਤਾ ਸਤਿਗੁਰਾਂ ਨੇ ਆਪਣੇ ਜੀਵਨ ਦੇ ਅੰਦਰ ਵੀ ਆਪਣਾ ਇਹ ਸਰੀਰ ਵੀ ਤਵੀ ਦੇ ਉੱਤੇ ਬਿਠਾ ਲਿਆ ਤਾਂ ਕਿ ਤੁਹਾਨੂੰ ਜਿਉਣਾ ਆ ਜਾਏ। ਹੁਣ ਵਕਤ ਆ ਗਿਆ ਸੀ ਵੱਡ ਜੋਧਾ, ਬਹੁ ਪਰਉਪਕਾਰੀ, ਗੁਰ ਭਾਰੀ ਦੀ ਗੱਲ, ਪਰਉਪਕਾਰੀ ਦੀ ਗੱਲ, ਵੱਡੇ ਯੋਧੇ ਦੀ ਗੱਲ ਸੀ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜਿਸ ਦਿਨ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਦੇ ਨੇ, ਇੱਕ ਭੁਲੇਖਾ ਸਾਡੇ ਮਨ ਦੇ ਅੰਦਰ ਚੱਲਦਾ ਹੈ ਕਿ ਬਾਬਾ ਬੁੱਢਾ ਸਾਹਿਬ ਨੇ ਉਸ ਵਕਤ ਜਦੋਂ ਗੁਰਤਾ ਗੱਦੀ ਦੇ ਉੱਤੇ ਬੈਠਣ ਦੀ ਰਸਮ ਨਿਭਾਉਣ ਲੱਗੇ ਨੇ ਤੇ ਤਲਵਾਰ ਜਿਹੜੀ ਸ਼੍ਰੀ ਸਾਹਿਬ ਪਹਿਨਾਈ ਹੈ ਉਹ ਪੁੱਠੇ ਪਾਸੇ ਪਹਿਨਾ ਦਿੱਤੀ। ਫੇਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਵੀ ਕੋਈ ਗੱਲ ਨਹੀਂ ਹੈ, ਪੁੱਠੀ ਪੈ ਗਈ ਹੈ, ਹੁਣ ਸਿੱਧੇ ਪਾਸੇ ਹੀ ਪਾ ਦਿਓ, ਅੱਜ ਤੋਂ ਆਪਾਂ ਦੋ ਪਾਉਣੀਆਂ। ਖਿਆਲ ਕਰਿਆ ਜੇ ਬਾਬਾ ਬੁੱਢਾ ਸਾਹਿਬ ਕਦੇ ਗਲਤੀ ਕਰ ਸਕਦੇ ਨੇ, ਜਿਨ੍ਹਾਂ ਨੇ ਜੀਵਨ ਹੀ, ਜਿਨ੍ਹਾਂ ਦੇ ਉੱਤੇ ਇੰਨੀ ਬਖਸ਼ਿਸ਼ ਹੋਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੋਣ ਤੇਰੇ ਤੋਂ ਓਲੇ ਕਦੇ ਨਾ ਹੋਸਾਂ, ਵੀ ਤੇਰੇ ਤੋਂ ਓਲੇ ਹੀ ਨਹੀਂ ਹੁੰਦਾ ਮੈਂ ਕਦੇ, ਮੈਂ ਜਿੱਥੇ ਮਰਜ਼ੀ ਹੋਵਾਂ ਤੇਰੇ ਤੋਂ ਦੂਰ ਨਹੀਂ ਹੋ ਸਕਦਾ, ਭਾਵੇਂ ਉਹ ਵਕਤ ਕਿਵੇਂ ਦਾ ਵੀ ਆਇਆ। ਇੱਥੋਂ ਤੱਕ ਕਿ ਜਦੋਂ ਬਾਬਾ ਬੁੱਢਾ ਸਾਹਿਬ ਦਾ ਅੰਤਲਾ ਵਕਤ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਦੀ 6ਵੀਂ ਜੋਤ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਆਪ ਬੀੜ ਸਾਹਿਬ ਜਾ ਕੇ ਬਾਬਾ ਜੀ ਦਾ ਸੀਸ ਆਪਣੀ ਝੋਲੀ 'ਚ ਰੱਖ ਕੇ ਤੇ ਬਖਸ਼ਿਸ਼ਾਂ ਕਰਦੇ ਨੇ। ਉਹ ਬਾਬਾ ਬੁੱਢਾ ਸਾਹਿਬ ਗਲਤੀਆਂ ਨਹੀਂ ਕਰਦੇ, ਗਲਤੀਆਂ ਅਸੀਂ ਕਰਦੇ ਹਾਂ। ਬ੍ਰਹਮ ਗਿਆਨੀ ਨੇ, ਉਹ ਉੱਚੀ ਆਤਮਕ ਅਵਸਥਾ ਵਾਲੇ ਨੇ, ਉਹ ਗਲਤੀਆਂ ਨਹੀਂ ਕਰਦੇ। ਸਾਹਿਬ ਨੇ ਆਪ ਕਿਹਾ ਸੀ ਹੁਣ ਉਹ ਵਕਤ ਆ ਗਿਆ ਏ ਜਿਸ ਦਿਨ ਸੰਸਾਰ ਨੂੰ ਇਹ ਦਿਖਾਉਣ ਦੀ ਲੋੜ ਹੈ ਵੀ ਜਿਹੜਾ ਸਿਧਾਂਤ ਅਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਗੱਲ ਸਾਨੂੰ ਸਿਖਾਈ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਰਬੀ ਬਾਣੀ ਦਾ ਬਚਨ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਹੁਣ ਵਕਤ ਆ ਗਿਆ ਏ ਤੇ ਹੁਣ ਸੰਸਾਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾਵੇ, ਇੱਕ ਵੱਖਰੇ ਤਰੀਕੇ ਦੇ ਨਾਲ ਜਿਉਣ ਦੀ ਗੱਲ ਸਿਖਾਈ ਜਾਵੇ। ਤੇ ਸਾਹਿਬ ਨੇ ਆਪ ਹੁਕਮ ਕੀਤਾ ਸੀ ਕਿ ਅੱਜ ਤੋਂ ਅਸੀਂ ਦੋ ਸ਼੍ਰੀ ਸਾਹਿਬ ਪਹਿਨਾਂਗੇ। ਤੇ ਇਹਦੀ ਗਵਾਹੀ ਸਾਹਿਬ ਦੇ ਹਜ਼ੂਰੀ ਜਿਹੜੇ ਢੱਡ ਨੇ, ਢਾਡੀ ਜੱਥਾ ਭਾਈ ਨੱਥਾ ਤੇ ਭਾਈ ਅਬਦੁੱਲਾ ਜੀ, ਜਦੋਂ ਉਹ ਲਿਖਦੇ ਨੇ ਦੋਏ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਕ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸਤਿਗੁਰੂ ਤੇਰਾ ਰੁਤਬਾ ਹੀ ਇੰਨਾ ਉੱਚਾ ਏ ਕਿ ਸੰਸਾਰ ਦਾ ਇਸ ਵਕਤ ਦਾ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਵੀ ਉਹ ਫਿੱਕਾ ਪੈ ਜਾਂਦਾ ਏ ਜਿਸ ਵਕਤ ਤੇਰੇ ਦਰਬਾਰ ਦੀ, ਤੇਰੀ ਪੱਗ ਦੀ, ਤੇਰੀ ਸ਼ਹਿਨਸ਼ਾਹੀਅਤ ਦੀ ਗੱਲ ਕਰਦੇ ਆ। ਸੰਸਾਰ ਦੇ ਲੋਕ ਭਰਮ ਜਾਂਦੇ ਨੇ ਵੀ ਅਸਲ 'ਚ ਬਾਦਸ਼ਾਹ ਕੌਣ ਹੈ। ਹਾਂ, ਭੁਲੇਖਾ ਬੜਿਆਂ ਨੂੰ ਪਿਆ, ਬੜਿਆਂ ਨੂੰ ਇਹ ਭੁਲੇਖਾ ਪਿਆ ਵੀ ਇਹ ਕਿਵੇਂ ਹੋ ਸਕਦਾ ਏ। ਗੁਰੂ ਨਾਨਕ ਦਾ ਘਰ ਤੇ ਸੰਨਿਆਸੀਆਂ ਵਾਲਾ ਏ, ਗੁਰੂ ਨਾਨਕ ਦਾ ਘਰ ਤੇ ਤਿਆਗੀਆਂ ਵਾਲਾ ਏ, ਇਹ ਸ਼ਸਤਰ ਚੁੱਕੀ ਫਿਰਦੇ ਨੇ। ਮਹਾਰਾਸ਼ਟਰ ਦੀ ਘਟਨਾ ਹੈ ਜਿਸ ਵਕਤ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਇਲਾਕੇ ਦੇ ਵਿੱਚ ਪ੍ਰਚਾਰ ਦੇ ਲਈ ਆਏ। ਸਮਰੱਥ ਰਾਮਦਾਸ ਸਾਧੂ ਹੈ ਇੱਕ, ਉਹ ਸਾਧੂ ਸਤਿਗੁਰੂ ਨੂੰ ਮਿਲਦਾ ਏ ਤੇ ਸਵਾਲ ਕਰਦਾ ਏ, ਕਹਿੰਦਾ ਇਹ ਗੁਰੂ नानक का घर तो त्यागियों का है, आपके पास इतना लाम लश्कर है, आप साधु नहीं लगते। ਉਹ ਇਹ ਗੱਲ ਕਹਿੰਦਾ, ਉਹ ਕਹਿੰਦਾ ਤੁਸੀਂ ਸਾਧੂ ਨਹੀਂ ਲੱਗਦੇ। ਕਾਰਨ ਕੀ ਸੀ? ਜਦੋਂ ਉਹ ਮਿਲਿਆ ਉਸ ਵਕਤ ਅਜੇ ਸਤਿਗੁਰੂ ਸ਼ਿਕਾਰ ਤੋਂ ਵਾਪਸ ਆਏ ਨੇ ਤੇ ਜੰਗੀ ਪੁਸ਼ਾਕ ਦੇ ਵਿੱਚ ਨੇ ਤੇ ਲਸ਼ਕਰ ਨਾਲ ਹੈ, ਸਿੰਘ ਨਾਲ ਨੇ, ਫੌਜਾਂ ਤਿਆਰ ਬਰ ਤਿਆਰ ਸਾਹਿਬ ਦੇ ਨਾਲ। ਸਾਹਿਬ ਨੇ ਉਸ ਵਕਤ ਗੱਲ ਕੀਤੀ ਸੀ, ਉਹ ਕਹਿੰਦਾ ਫਕੀਰ ਇਦਾਂ ਦੇ ਨਹੀਂ ਹੁੰਦੇ। ਸਭ ਕਹਿੰਦੇ ਫਕੀਰ ਦਿਖਾਵੇ ਦਾ ਨਹੀਂ ਹੈ,
ਫਕੀਰੀ ਬਾਹਰ ਦੀ ਦਿਖਾਵੇ ਦੀ ਚੀਜ਼ ਨਹੀਂ ਹੈ, ਫਕੀਰੀ ਅੰਦਰ ਦੀ ਕਮਾਉਣ ਦੀ ਗੱਲ ਹੈ। ਅਸੀਂ ਜਿਹੜੀ ਤਲਵਾਰ ਧਾਰਨ ਕੀਤੀ ਹੈ ਇਹ ਮਜ਼ਲੂਮ ਦੀ ਰੱਖਿਆ ਦੇ ਲਈ ਹੈ, ਇਹ ਦੂਜਿਆਂ ਦੇ ਭਲੇ ਦੇ ਲਈ ਹੈ। ਜਿਹੜੀ ਗੱਲ ਸਰਦਾਰ ਕਪੂਰ ਸਿੰਘ ਲਿਖਦੇ ਨਾ, ਕਹਿੰਦੇ ਇਹ ਘਾਇਲ ਤਾਂ ਮੈਂ ਰਬਾਬ ਦੇ ਨਾਲ ਹੀ ਕਰ ਦਿੰਦਾ। ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ, ਕਲਗੀਧਰ ਪਾਤਸ਼ਾਹ ਦੀ ਗੱਲ ਕਰਦੇ ਨੇ, ਕਹਿੰਦੇ ਘਾਇਲ ਤਾਂ ਮੈਂ ਰਬਾਬ ਦੇ ਨਾਲ ਹੀ ਕਰ ਦਿੰਦਾ, ਸ਼੍ਰੀ ਸਾਹਿਬ ਤਾਂ ਮੈਂ ਰਬਾਬ ਦੀ ਰਾਖੀ ਦੇ ਲਈ ਰੱਖੀ ਆ। ਰਬਾਬ ਦੀ ਰਾਖੀ ਦੇ ਲਈ ਸ਼੍ਰੀ ਸਾਹਿਬ ਹੈ ਮੇਰੇ ਕੋਲ, ਕਿਸੇ ਨੂੰ ਖਤਮ ਕਰਨ ਵਾਸਤੇ ਨਹੀਂ ਹੈ, ਸਿਰਫ ਜ਼ੁਲਮ ਦੇ ਨਾਲ ਲੜਨ ਦੇ ਲਈ ਆ। ਸਾਨੂੰ ਜੀਣਾ ਸਾਹਿਬ ਨੇ ਇੰਨਾ ਅਣਖ ਤੇ ਗੈਰਤ ਵਾਲਾ ਸਿਖਾਇਆ। ਜਿਸ ਵਕਤ ਸਾਹਿਬ ਗੁਰਤਾ ਗੱਦੀ ਦੇ ਉੱਤੇ ਬੈਠਦੇ ਨੇ, ਸਤਿਗੁਰੂ ਦਾ ਹੁਕਮ ਹੀ ਇਹ ਸੀ ਵੀ ਅੱਜ ਤੋਂ ਭੇਟਾ ਦੇ ਵਿੱਚ ਹੋਰ ਕੁਝ ਨਹੀਂ ਚਾਹੀਦਾ, ਇੱਥੇ ਚੰਗੇ ਘੋੜੇ ਆਉਣੇ ਚਾਹੀਦੇ ਨੇ, ਭੇਟਾ ਦੇ ਵਿੱਚ ਚੰਗੀਆਂ ਜਵਾਨੀਆਂ ਆਉਣੀਆਂ ਚਾਹੀਦੀਆਂ ਨੇ, ਚੰਗੇ ਸ਼ਸਤਰ ਆਉਣੇ ਚਾਹੀਦੇ ਨੇ। ਅੱਜ ਜਦੋਂ ਕਿਤੇ ਸ਼ਸਤਰਾਂ ਦੀ ਗੱਲ, ਸਿੱਖੀ ਦੇ ਸਰਵੋੱਚ ਸਥਾਨ ਜਿਹੜਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਿਰਜਿਆ ਸੀ ਅਕਾਲ ਤਖਤ ਸਾਹਿਬ, ਜੇ ਉੱਥੋਂ ਇਹ ਗੱਲ ਹੋ ਜਾਵੇ ਨਾ ਵੀ ਸਿੱਖਾਂ ਨੂੰ ਸ਼ਸਤਰ ਰੱਖਣੇ ਚਾਹੀਦੇ ਨੇ, ਤੇ ਕਹਿ ਦਿੱਤਾ ਜਾਂਦਾ ਇਹ ਵੀ ਇਹ ਪਾਗਲ ਹੋ ਗਏ ਨੇ, ਇਹ ਸ਼ਸਤਰਾਂ ਦੀ ਗੱਲ ਕਰਨ ਲੱਗ ਗਏ ਨੇ। ਤੁਸੀਂ ਧਰਮ ਦੀ ਗੱਲ ਕਰੋ ਜੀ, ਤੁਸੀਂ ਸ਼ਸਤਰਾਂ ਦੀ ਗੱਲ ਕਿਉਂ ਕਰਦੇ ਹੋ? ਸਿੱਖੀ ਤੇ ਸ਼ਸਤਰ, ਮੀਰੀ ਤੇ ਪੀਰੀ, ਰਾਜ ਤੇ ਜੋਗ ਤੁਸੀਂ ਵੱਖ ਨਹੀਂ ਕਰ ਸਕਦੇ, ਤੁਸੀਂ ਵੱਖ ਨਹੀਂ ਕਰ ਸਕਦੇ। ਭੱਟ ਸਾਹਿਬਾਨਾਂ ਦਾ ਬਚਨ ਪੜ੍ਹੀਏ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਣ ਸ਼ਬਦ ਸਰੇ, ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਹ ਜਾਣਿਓ ਕਬ ਕਲ, ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਆ। ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਰਾਜ ਤੇ ਜੋਗ ਇਕੱਠੇ ਹੀ ਕਮਾਏ ਨੇ। ਸਾਡਾ ਨਾਤਾ ਸ਼ਸਤਰ ਅਭਿਆਸ ਤਾਂ ਬੜੇ ਪਹਿਲੋਂ ਤੋਂ ਹੈ, ਭਾਵੇਂ ਉਹ ਗੁਰੂ ਨਾਨਕ ਪਾਤਸ਼ਾਹ ਦੇ ਵਰਸ਼ੇ ਦੀ ਗੱਲ ਹੋਵੇ, ਭਾਵੇਂ ਧੰਨ ਗੁਰੂ ਅੰਗਦ ਪਾਤਸ਼ਾਹ ਦੇ ਮੱਲ ਅਖਾੜਿਆਂ ਦੀ ਗੱਲ ਹੋਵੇ, ਭਾਵੇਂ ਸਾਹਮਣੇ ਆਏ ਹੋਏ ਅਕਬਰ ਨੂੰ ਇਹ ਕਹਿ ਦੇਣਾ ਵੀ ਇੱਥੇ ਸਾਰਿਆਂ ਲਈ ਬਰਾਬਰਤਾ ਏ, ਤੂੰ ਬਾਦਸ਼ਾਹ ਹੋਵੇਂਗਾ, ਆਪਣੇ ਘਰ ਹੋਵੇਂਗਾ, ਪਰ ਇੱਥੇ ਸਾਡੇ ਬਰਾਬਰ ਬੈਠਣਾ ਪਏਗਾ, ਸੰਗਤ ਦੇ ਬਰਾਬਰ ਬੈਠਣਾ ਪਏਗਾ। ਭਾਵੇਂ ਉਹ ਧੰਨ ਗੁਰੂ ਅਰਜਨ ਪਾਤਸ਼ਾਹ ਦੇ ਨੇਜ਼ੇਬਾਜ਼ੀ ਦੀ ਗੱਲ ਹੋਵੇ ਵੀ ਏਡੇ ਕਮਾਲ ਦੇ ਨੇਜ਼ੇਬਾਜ਼ ਨੇ ਸਤਿਗੁਰੂ, ਸ਼ਸਤਰ ਵਿਦਿਆ ਗੁਰੂ ਨਾਨਕ ਦੇ ਘਰ 'ਚ ਪਹਿਲਾਂ ਤੋਂ ਹੈ। ਇਹ ਭੁਲੇਖਾ ਕੱਢ ਦਈਏ ਵੀ ਸਾਨੂੰ ਸਿਰਫ ਕਲਗੀਧਰ ਪਾਤਸ਼ਾਹ ਨੇ ਸ਼ਸਤਰ ਦਿੱਤੇ ਨੇ, ਜਾਂ ਫਿਰ ਇਹ ਭੁਲੇਖਾ ਕੱਢ ਦਈਏ ਵੀ ਸਿੱਖੀ ਤੇ ਸ਼ਸਤਰ ਵੱਖਰੇ ਨੇ, ਰਾਜਨੀਤੀ ਤੇ ਸਿੱਖੀ ਧਰਮ ਦੋਵੇਂ ਇਕੱਠੀਆਂ ਨੇ। ਬਸ ਫਰਕ ਇੰਨਾ ਹੈ, ਸੰਸਾਰ ਦੇ ਲੋਕਾਂ ਦੇ ਲਈ ਰਾਜਨੀਤੀ ਦਾ ਮਤਲਬ ਹੈ ਰਾਜ ਕਰਨਾ, ਸੰਸਾਰ ਦੀ ਰਾਜਨੀਤੀ ਦਾ ਮਤਲਬ ਸਿਰਫ ਇੰਨਾ ਹੈ ਕਬਜ਼ੇ ਕਰਨਾ, ਆਪਣੇ ਆਪ ਨੂੰ ਉੱਚੇ ਸਥਾਪਿਤ ਕਰਨਾ। ਪਰ ਸਿੱਖ ਨੀਤੀ, ਜਿਹੜੀ ਸਿੱਖ ਰਾਜਨੀਤੀ ਹੈ, ਇਹਦਾ ਮਕਸਦ ਹੈ ਦੱਬੇ ਤੇ ਕੁਚਲੇ ਹੋਏ ਲੋਕਾਂ ਨੂੰ ਇੱਕ ਜੀਣ ਦਾ ਤਰੀਕਾ ਸਿਖਾ ਦੇਣਾ। ਔਰ ਉਹ ਤਰੀਕਾ ਜੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਿਖਾਇਆ ਹੈ, ਤੇ ਸਿੱਖਾਂ ਦੇ ਵਿੱਚ ਇਹਦੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਪ੍ਰਤੱਖ ਹੈ। ਇਹ ਸਾਨੂੰ ਸਿੱਧਾ ਆ ਕੇ ਪਤਾ ਲੱਗ ਜਾਂਦਾ ਹੈ ਵੀ ਜਿਹੜੀ ਸਿੱਖ ਨੀਤੀ ਦੀ ਗੱਲ ਹੈ, ਸਿੱਖ ਰਾਜ ਦੀ ਗੱਲ ਹੈ, ਉਹ ਕਿਵੇਂ ਅਸੀਂ ਇਸ ਨੂੰ ਸਮਝ ਸਕਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਇਹਨਾਂ ਦਾ ਸ਼ਹਾਦਤ ਪੁਰਬ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਰਸੀ ਦਾ ਜਿਹੜਾ ਪੁਰਬ ਹੈ ਉਹ ਆਪਾਂ ਮਨਾਉਣਾ ਹੈ। ਉਦੋਂ ਆਪਾਂ ਸਿੱਖ ਰਾਜ ਦੀ ਗੱਲ ਵਿਸਥਾਰ ਪੂਰਵਕ ਕਰਨ ਦਾ ਯਤਨ ਕਰਾਂਗੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਅਣਖ ਦੀ ਗੱਲ ਸਿਖਾਈ ਹੈ, ਗੈਰਤ ਦੀ ਗੱਲ ਸਿਖਾਈ ਹੈ। ਭਾਈ ਵੀਰ ਸਿੰਘ ਜੀ ਨੇ ਕਵਿਤਾ ਦੇ ਵਿੱਚ ਇੱਕ ਬੋਲ ਜਿਹੜਾ ਬੋਲਿਆ ਸੀ, ਅਣਖ ਦੀ, ਬਾਜ਼ ਦੀ ਲੜਾਈ ਨਹੀਂ ਹੈ ਉਹ ਸਾਡੀ, ਉਹ ਇਹ ਦਿਖਾਉਣਾ ਸੀ ਵੀ ਤੁਹਾਨੂੰ ਕਿਤੇ ਇਹ ਭੁਲੇਖਾ ਤਾਂ ਨਹੀਂ ਵੀ ਸਾਡੀ ਗਿਣਤੀ ਬੜੀ ਥੋੜੀ ਹੈ, ਤੁਸੀਂ ਬਾਕੀਆਂ ਦੇ ਵਾਂਗ ਸਾਡੇ ਤੇ ਜ਼ੁਲਮ ਕਰ ਲਓਗੇ। ਮਸਲਾ ਬਾਜ਼ ਦਾ ਨਹੀਂ ਹੈ, ਮਸਲਾ ਸੀ ਵੀ ਬਾਜ਼ ਸਾਡੀ ਸ਼ਰਨ 'ਚ ਆ ਗਿਆ ਹੈ, ਬਾਜ਼ ਸਾਡੀ ਹੱਦ ਦੇ ਵਿੱਚ ਹੈ। ਹੁਣ ਤੂੰ ਬਾਦਸ਼ਾਹ ਹੋਵੇਂਗਾ, ਆਪਣੇ ਥਾਂ ਹੋਵੇਂਗਾ, ਪਰ ਸਾਡੀ ਸ਼ਰਨ 'ਚ ਆਏ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ
ਰਚਿਆ ਰਿਹਾ ਹੈ। ਤੇ ਖਿਆਲ ਕਰੀਏ ਫਿਰ ਸਾਡੇ ਅੱਜ ਇਦਾਂ ਦੇ ਹਾਲ ਕਿਉਂ ਆ? ਜੇ ਸਾਹਿਬ ਨੇ ਗੱਲ ਸਿਖਾਈ ਆ ਜਿੱਥੇ ਖਾਲਸਾ ਹੈ ਉੱਥੇ ਰੱਖਿਆ ਹੈ, ਤੇ ਸਾਡੇ ਕਿਰਦਾਰ ਇਹਨੇ ਨੀਵੇਂ ਹੋ ਗਏ ਨੇ। ਸੰਸਾਰ ਦੇ ਲੋਕ ਸਾਨੂੰ ਮਾੜਾ ਕਹਿਣ ਲੱਗ ਗਏ ਨੇ, ਸਾਡੇ ਤੋਂ ਸਾਡੀਆਂ ਆਪਣੀਆਂ ਬੱਚੀਆਂ ਡਰਨ ਲੱਗ ਗਈਆਂ। ਇਹਦਾ ਕਾਰਨ ਹੈ ਸਾਡੇ ਕਿਰਦਾਰ ਨੀਵੇਂ ਹੋ ਗਏ ਨੇ। ਜਿਹੜਾ ਕਿਰਦਾਰ ਸਾਹਿਬ ਨੇ ਸਾਨੂੰ ਬਖਸ਼ਿਆ ਹੈ ਉਹ ਕਿਰਦਾਰ ਸਾਡੇ ਕੋਲ ਨਹੀਂ ਹੈ। ਜਿਸ ਵਕਤ ਸੰਸਾਰ ਨੂੰ ਇਹ ਲੱਗਾ ਨਾ ਵੀ ਇਹਦੇ ਥੋੜੇ ਜਿਹੇ ਸਿੱਖ ਨੇ, ਇਹਨਾਂ ਨੇ ਕਰਨਾ ਹੈ, ਤੇ ਸਾਹਿਬ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਸ ਵਕਤ ਇੱਕ ਗੱਲ ਬੋਲੀ ਸੀ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਬਾ ਕਮਾਲ ਲਿਖੀ ਆ। ਮੈਂ ਬੇਨਤੀ ਕਰਦਾ ਹਾਂ ਯਤਨ ਕਰਿਆ ਕਰੀਏ, ਜਿੰਨਾ ਸਮਾਂ ਮਿਲਦਾ ਏ ਆਪ ਜ਼ਰੂਰ ਪੜ੍ਹਿਆ ਕਰੀਏ। ਅੱਧੇ ਘੰਟੇ 'ਚ, 1 ਘੰਟੇ 'ਚ, 2 ਘੰਟੇ 'ਚ ਨਹੀਂ ਸੁਣਾਇਆ ਜਾ ਸਕਦਾ ਸਾਰਾ ਕੁਝ। ਅਸੀਂ ਆਪ ਯਤਨ ਕਰਾਂਗੇ ਫਿਰ ਸਮਝ ਆਏਗੀ। ਅਸੀਂ ਤਾਂ ਸਿਰਫ ਜਾਗ ਲਾਉਣ ਦਾ ਕੰਮ ਕਰ ਸਕਦੇ ਹਾਂ। ਜਾਗ ਕਿੰਨੀ ਕੁ ਹੁੰਦੀ ਹੈ? ਦਹੀਂ ਜਮਾਉਣਾ ਹੋਵੇ ਦੁੱਧ ਕਿੰਨਾ ਹੁੰਦਾ ਏ, ਤੇ ਜਾਗ ਬਹੁਤ ਥੋੜੀ ਹੁੰਦੀ ਹੈ। ਅਸੀਂ ਸਿਰਫ ਜਾਗ ਲਾ ਸਕਦੇ ਹਾਂ, ਯਤਨ ਤੁਸੀਂ ਆਪ ਕਰਨਾ। ਸਾਹਿਬ ਨੇ ਉਸ ਵਕਤ ਗੱਲ ਕੀਤੀ ਸੀ, ਭੁਲੇਖਾ ਨਾ ਰੱਖਿਆ ਜੇ ਤੁਹਾਡੀ ਗਿਣਤੀ ਥੋੜੀ ਹੈ, ਗਿਣਤੀ ਨਾ ਦੇਖਿਆ ਜੇ ਤੁਸੀਂ ਸੋਮੇ ਹੋ। ਸੋਮਾ ਉਹ ਹੁੰਦਾ ਏ ਜਿੱਥੋਂ ਵੱਡੇ ਵੱਡੇ ਸਮੁੰਦਰ ਵੀ ਪੈਦਾ ਹੁੰਦੇ ਨੇ। ਸੋਮਾ ਨਾ ਹੋਵੇ ਤੇ ਸਮੁੰਦਰ ਵੀ ਨਹੀਂ ਹੁੰਦਾ ਜੀ। ਸਾਹਿਬ ਦੇ ਸ਼ਬਦ ਸਨ, ਤੁਸੀਂ ਸੋਮੇ ਹੋ, ਜਿੱਦਣ ਇਕੱਠੇ ਹੋ ਜਾਓਗੇ ਹੜ੍ਹ ਆਏਗਾ, ਉਸ ਹੜ੍ਹ ਦੇ ਵਿੱਚ ਵੱਡੇ ਵੱਡੇ ਜ਼ਾਲਮ ਜਿਹੜੇ ਨੇ ਉਹ ਤਬਾਹ ਹੋ ਜਾਣਗੇ, ਰੁੜ ਜਾਣਗੇ, ਖਤਮ ਹੋ ਜਾਣਗੇ। ਇਸ ਕਰਕੇ ਤੁਸੀਂ ਉਸ ਸੋਮੇ ਹੋ, ਤੇ ਸੋਮੇ ਜੁੜਦੇ ਨੇ, ਜਿੱਦਣ ਜੁੜਦੇ ਨੇ ਫਿਰ ਸਮੁੰਦਰ ਬਣਦੇ ਨੇ। ਤੇ ਸਾਡੀ ਹਾਲਤ ਕੀ ਹੋਈ ਪਈ ਹੈ? ਅਸੀਂ ਨਹੀਂ ਕਰਨ ਲੱਗ ਗਏ ਆਪੋ ਧਾਪੀ ਹੋਏ ਕਹਿ ਨਿਆਰੇ ਨਿਆਰੇ ਧਰਮ ਚਲਾਵੇਂ। ਅਸੀਂ ਨਹੀਂ ਕਹਿੰਦੇ ਵੀ ਅਸੀਂ ਉੱਚੇ ਆ, ਦੂਜਾ ਕਹਿੰਦਾ ਅਸੀਂ ਉੱਚੇ ਆ, ਤੀਜਾ ਕਹਿੰਦਾ ਅਸੀਂ ਉੱਚੇ ਆ। ਅਸੀਂ ਨਹੀਂ ਪਾਟੇ ਹੋਏ। ਅਸੀਂ ਨਹੀਂ ਕਹਿਣ ਲੱਗ ਗਏ ਜੇ ਅਕਾਲ ਤਖਤ ਸਾਹਿਬ ਤੋਂ ਆਵਾਜ਼ ਆਉਂਦੀ ਹੈ ਸ਼ਸਤਰ ਰੱਖਣੇ ਨੇ, ਇੱਕ ਕਹਿੰਦੇ ਨੇ ਵੀ ਇਹ ਚੰਗਾ ਹੈ, ਦੂਜੇ ਕਹਿੰਦੇ ਨਹੀਂ ਇਹ ਬਹੁਤ ਮਾੜਾ ਹੋਇਆ। ਇਦਾਂ ਦਾ ਬਿਆਨ ਦੇ ਦਿੱਤਾ ਜਥੇਦਾਰ ਸਾਹਿਬ ਨੇ। ਉਹ ਭਲਿਓ ਜਥੇਦਾਰ ਸਾਹਿਬ ਦਾ ਬਿਆਨ ਨਹੀਂ ਹੈ, ਉਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬਿਆਨ ਜੀ। ਉਹ ਸਾਹਿਬ ਦਾ ਹੁਕਮ ਹੈ, ਅਕਾਲ ਤਖਤ ਦੇ ਜਥੇਦਾਰ ਦਾ ਨਹੀਂ। ਉਹ ਅਕਾਲ ਤਖਤ ਦਾ ਹੁਕਮ ਹੈ ਕਿ ਸ਼ਸਤਰਧਾਰੀ ਹੋਣਾ ਸਿੱਖ ਦਾ ਲਾਜ਼ਮੀ ਹੈ। ਔਰ ਇਹ ਗੱਲ ਦੀ ਗਵਾਹੀ ਸਾਨੂੰ ਉਦਣ ਮਿਲ ਜਾਂਦੀ ਹੈ ਜਿੱਦਣ ਸਾਡੇ ਕੋਲ ਸ਼੍ਰੀ ਸਾਹਿਬ ਹੈ। ਸ਼੍ਰੀ ਸਾਹਿਬ ਸਾਨੂੰ ਇਹ ਵੀ ਭਾਰੀ ਲੱਗਣ ਲੱਗ ਗਈ। ਠੀਕ ਹੈ, ਕੰਮਾਂ ਕਾਰਾਂ ਤੇ ਜਾਂਦੇ ਆ, ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਸਮਝਣ ਯੋਗ ਹੈ, ਪਰ ਕੀ ਸ਼੍ਰੀ ਸਾਹਿਬ ਇੰਨੀਓ ਭਾਰੀ ਹੈ ਵੀ ਸਾਨੂੰ ਸਵਾਲ ਕਰਨੇ ਪੈਂਦੇ? ਕੀ ਲੋੜ ਹੈ ਜੀ ਇਹਦੀ? ਕੇਸ ਰੱਖਣ ਦੀ ਕੀ ਲੋੜ ਹੈ ਜੀ? ਕੇਸਾਂ ਦੀ ਫੇਰ ਕੀ ਹੋਇਆ ਜੇ ਥੋੜੀ ਬਹੁਤ ਬੇਅਦਬੀ ਕਰ ਲਈ, ਕੀ ਫਰਕ ਪੈਂਦਾ? ਪਿਛਲੀ ਵਾਰ ਵੀ ਬੇਨਤੀ ਕੀਤੀ ਸੀ, ਬਸ ਇੱਕ ਸਵਾਲ ਉਦੋਂ ਕਰ ਲਿਆ ਕਰੀਏ ਜਦੋਂ ਖਿਆਲ ਆਵੇ ਨਾ ਵੀ ਦੇਖੋ ਜੀ ਅਸੀਂ ਤਾਂ ਸਿੱਖੀ ਕਮਾਉਨੇ ਆ, ਅਸੀਂ ਦੇਖੋ ਜੀ ਬਾਣੀ ਵੀ ਪੜ੍ਹਦੇ ਆ, ਅਸੀਂ ਦੇਖੋ ਜੀ ਗੁਰਦੁਆਰਾ ਸਾਹਿਬ ਵੀ ਆਉਂਦੇ ਆ, ਫੇਰ ਕੀ ਹੋਇਆ ਜੇ ਅੰਮ੍ਰਿਤ ਨਹੀਂ ਛਕਿਆ? ਤੇ ਫੇਰ ਕੀ ਹੋਇਆ? ਜਦੋਂ ਇਹ ਮਨ ਚ ਆਵੇ ਨਾ ਫੇਰ ਕੀ ਹੋਇਆ, ਉਦੋਂ ਸਵਾਲ ਕਰਿਆ ਕਰੀਏ ਕਿ ਕਲਗੀਧਰ ਪਾਤਸ਼ਾਹ ਜੀ ਤੁਸੀਂ ਬਾਣੀ ਨਹੀਂ ਪੜ੍ਹਦੇ ਸੀ? ਕਿ ਸਤਿਗੁਰੂ ਜੀਓ ਤੁਸੀਂ ਰੱਬ ਦੇ ਨਾਲ ਜੁੜੇ ਹੋਏ ਨਹੀਂ? ਕਿ ਸਤਿਗੁਰੂ ਜੀ ਤੁਹਾਨੂੰ ਸਿੱਖੀ ਸਿਧਾਂਤਾਂ ਦੀ ਸਮਝ ਨਹੀਂ? ਕਿ ਤੁਸੀਂ ਸਿੱਖੀ ਨਹੀਂ ਕਮਾਉਂਦੇ? ਤੇ ਸਾਹਿਬ ਕਹਿਣਗੇ ਬਿਲਕੁਲ ਸਿੱਖੀ ਕਮਾਈ ਦੀ ਹੈ, ਗੁਰਬਾਣੀ ਦੇ ਆਸ਼ੇ ਦੇ ਅਨੁਸਾਰ ਜੀਵਨ ਜੀਦਾ ਹੈ। ਫਿਰ ਸਤਿਗੁਰੂ ਜੀ ਤੁਸੀਂ ਖੰਡੇ ਬਾਟੇ ਦੀ ਪਾਹੁਲ ਕਿਉਂ ਲੈ ਲਈ? ਤੁਹਾਨੂੰ ਕੀ ਲੋੜ ਸੀ? ਤੁਸੀਂ ਤੇ ਦਾਤੇ ਹੋ ਨਾ ਖੰਡੇ ਬਾਟੇ ਦੀ ਪਾਹੁਲ ਦੇ, ਤੁਸੀਂ ਤੇ ਅੰਮ੍ਰਿਤ ਦੇ ਦਾਤੇ ਹੋ, ਫਿਰ ਤੁਹਾਨੂੰ ਕੀ ਲੋੜ ਪਈ ਸੀ? ਫਿਰ ਸਤਿਗੁਰੂ ਕਹਿਣਗੇ ਸਿੱਖਾ ਇਹ ਤੇਰੀ ਮਰਜ਼ੀ ਦੀ ਗੱਲ ਹੀ ਨਹੀਂ ਆ, ਮਰਜ਼ੀ ਨਹੀਂ ਆ ਤੇਰੀ, ਇਹ ਤੈਨੂੰ ਹੁਕਮ ਹੈ। ਤੇ ਜਦੋਂ ਹੁਕਮ ਦੀ ਗੱਲ ਆਵੇ ਨਾ, ਜਿੱਥੇ ਆਰਡਰ ਹੋਵੇ ਉੱਥੇ ਮਰਜ਼ੀ ਨਹੀਂ ਹੁੰਦੀ। ਆਰਡਰ ਹੈ ਨਾ, ਟ੍ਰਾਂਸਫਰ ਆਇਆ ਹੈ ਤੇ ਜਾਣਾ ਹੀ ਪੈਣਾ, ਕੀ ਕਰੋਗੇ? ਫਿਰ ਮਰਜ਼ੀ ਨਹੀਂ ਹੈ ਉੱਥੇ ਸਿਰਫ ਤੇ ਸਿਰਫ ਹੁਕਮ ਦੀ ਤਾਮੀਲ ਕਰਨ ਦੀ ਗੱਲ ਹੈ, ਹੁਕਮ ਮੰਨਣ ਦੀ ਗੱਲ ਹੈ। ਤੇ ਸਿੱਖ ਉਹੀ ਹੈ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਹੁਕਮ ਚ ਆਏਗਾ ਸਿੱਖ ਹੀ ਉਹ ਹੈ, ਬਾਕੀ ਤਾਂ ਦੌੜਾਂ ਹੀ ਨੇ ਜਿੰਨੀਆਂ ਮਰਜ਼ੀ ਲਾ ਲਈਏ। ਤੇ ਮੈਂ ਬੇਨਤੀ ਕਰ ਰਿਹਾ ਸੀ ਸਾਡੀ ਹਾਲਤ ਇਦਾਂ ਦੀ ਕਿਉਂ ਹੋ ਗਈ ਹੈ? ਕਿਉਂਕਿ ਕਲਗੀਧਰ ਪਾਤਸ਼ਾਹ ਨੇ ਸਾਨੂੰ ਇਹ ਗੱਲ ਕਹੀ ਸੀ, ਸਾਹਿਬ ਦੀ ਮੁਬਾਰਕ ਬਾਣੀ ਦਾ ਵੀ ਵਚਨ ਹੈ, ਆਪਣ ਭਾਣਾ
ਜੇ ਚੱਲੇ ਭਾਈ ਵਿਛੁੜ ਚੋਟਾਂ ਖਾਵੈ, ਚੋਟਾਂ ਖਾਵਾਂਗੇ, ਧੱਕੇ ਖਾਵਾਂਗੇ। ਤੇ ਸਾਹਿਬ ਨੇ ਵੀ ਗੱਲ ਕਹੀ ਸੀ, ਜਦੋਂ ਰਹਿਤਨਾਮਿਆਂ ਦੇ ਬੋਲ ਪੜ੍ਹਦੇ ਆ, ਜਬ ਲਓ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਾਹੈ ਵਿਪਰਨ ਕੀ ਰੀਤ, ਮੈਂ ਨਾ ਕਰਾਂ ਇਨਕੀ ਪ੍ਰਤੀਤ। ਫਿਰ ਸਾਡੀ ਪ੍ਰਤੀਤ ਗੁਰੂ ਸਾਹਿਬ ਤਾਂ ਨਹੀਂ ਕਰ ਰਹੇ ਕਿਉਂਕਿ ਅਸੀਂ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ, ਅਸੀਂ ਮਰਜ਼ੀਆਂ ਕਰਦੇ ਹਾਂ। ਤੇ ਗੁਰੂ ਦੇ ਦਰ ਤੇ ਆ ਕੇ ਮਰਜ਼ੀਆਂ ਨਹੀਂ, ਸਿਆਣਪਾਂ ਤੇ ਚਤੁਰਾਈਆਂ ਨਹੀਂ, ਇੱਥੇ ਤਾਂ ਸਮਰਪਣ ਹੈ। ਔਰ ਕਿੰਨਾ ਕੁ ਸਮਰਪਣ ਹੋਵੇ ਵੀ ਜੇ ਕਿਤੇ ਇੱਕ ਸਿੱਖ ਘਾਹੀ ਸਿੱਖ ਆਉਂਦਾ ਹੈ, ਘਾਹ ਦੀ ਪੰਡ ਲੈ ਕੇ ਤੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਚਲਾ ਜਾਵੇ, ਕਿਉਂਕਿ ਦਰਬਾਰ ਇੱਕੋ ਜਿਹੇ ਸਜਦੇ ਨੇ। ਤੁਸੀਂ ਦੇਖੋ ਕਿੱਡਾ ਕਮਾਲ ਦਾ ਜੀਵਨ ਹੈ ਸਾਨੂੰ ਸਾਹਿਬ ਨੇ ਦਿੱਤਾ, ਕਿੰਨਾ ਸ਼ਹਿਨਸ਼ਾਹੀਅਤ ਵਾਲਾ ਜੀਵਨ ਦਿੱਤਾ ਹੈ। ਸਤਿਗੁਰੂ ਦਾ ਆਪਣਾ ਦਰਬਾਰ ਤੇ ਜਹਾਂਗੀਰ ਦਾ ਦਰਬਾਰ ਸਮੇਂ ਦੇ ਹਾਕਮ ਦੇ ਦਰਬਾਰ ਦੇ ਬਰਾਬਰ ਦਾ ਹੈ। ਲੋਕਾਂ ਨੂੰ ਭੁਲੇਖਾ ਪੈ ਜਾਂਦਾ ਹੈ ਵੀ ਬਾਦਸ਼ਾਹ ਦਾ ਦਰਬਾਰ ਕਿਹੜਾ ਹੈ ਤੇ ਪਾਤਸ਼ਾਹ ਦਾ ਦਰਬਾਰ ਕਿਹੜਾ ਹੈ, ਕਿੱਡਾ ਉੱਚ ਪੱਧਰ ਦਾ ਹੋਵੇਗਾ, ਕਿੰਨੇ ਕਮਾਲ ਦੇ ਸ਼ਮਿਆਨੇ ਹੋਣਗੇ ਵੀ ਬਾਦਸ਼ਾਹ ਦੀ ਬਰਾਬਰੀ ਦੇ ਨੇ। ਸਿੱਖ ਜਹਾਂਗੀਰ ਦੇ ਦਰਬਾਰ ਜਾਂਦਾ ਹੈ, ਸਾਖੀ ਤੁਸੀਂ ਸੁਣੀ ਹੋਈ ਆ, ਮੈਂ ਸੰਖੇਪ ਚਾਹਾਂ। ਸਿੱਖ ਜਾ ਕੇ ਨਮਸਕਾਰ ਕਰਦਾ ਹੈ ਤੇ ਅਰਦਾਸ ਕਰਦਾ ਹੈ ਵੀ ਮੈਨੂੰ ਸੰਸਾਰ ਤੋਂ ਮੁਕਤੀ ਦੇ ਜਾਵੇ, ਮਿਲ ਜਾਵੇ, ਵਿਕਾਰਾਂ ਤੋਂ ਮੁਕਤੀ ਮਿਲ ਜਾਵੇ, ਜੀਵਨ ਸੁਚੱਜਾ ਹੋ ਜਾਵੇ, ਨਾਮ ਦੀ ਦਾਤ ਮਿਲ ਜਾਵੇ, ਜਨਮ ਮਰਨ ਦਾ ਚੱਕਰ ਕੱਟਿਆ ਜਾਵੇ। ਬਾਦਸ਼ਾਹ ਕਹਿੰਦਾ ਵੀ ਇਹ ਕੀ ਹੈ, ਉਹਨੂੰ ਸਮਝ ਆ ਜਾਂਦੀ ਹੈ ਵੀ ਨਹੀਂ, ਇਹ ਗਲਤ ਥਾਂ ਤੇ ਆ ਗਿਆ। ਉਹ ਕਹਿੰਦਾ ਤੂੰ ਮੇਰੇ ਕੋਲ ਨਹੀਂ ਆਉਣਾ ਸੀ, ਇਹ ਬਾਦਸ਼ਾਹ ਜਹਾਂਗੀਰ ਦਾ ਦਰਬਾਰ ਹੈ, ਜਿਹੜੀਆਂ ਚੀਜ਼ਾਂ ਤੈਨੂੰ ਲੋੜੀਂਦੀਆਂ ਨੇ ਉਹ ਅਗਲੇ ਪਾਸੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦਰਬਾਰ ਹੈ, ਤੈਨੂੰ ਉੱਥੇ ਜਾ ਕੇ ਮਿਲਣਗੀਆਂ। ਕਹਿੰਦਾ ਜੀ ਠੀਕ ਹੈ, ਗਲਤੀ ਹੋ ਗਈ, ਮੈਂ ਇੱਥੇ ਆ ਗਿਆ। ਪੰਡ ਚੁੱਕਣ ਲੱਗਾ ਆਪਣੀ ਘਾਹ ਦੀ। ਤੁਸੀਂ ਖਿਆਲ ਕਰਿਓ ਜੀਵਨ ਪੱਧਰ ਕਿੱਡਾ ਕਮਾਲ ਦਾ ਹੈ, ਜਿਉਣ ਦਾ ਢੰਗ ਕਿੱਡਾ ਕਮਾਲ ਦਾ ਹੈ। ਸਿੱਖ ਕਹਿੰਦਾ ਹੈ ਵੀ ਇਹ ਘਾਹ ਦੀ ਪੰਡ ਮੈਂ ਲੈ ਚੱਲਿਆ, ਬਾਦਸ਼ਾਹ ਕਹਿੰਦਾ ਇਹ ਤੇ ਮੇਰੀ ਬੜੀ ਹੇਠੀ ਹੋਏਗੀ, ਬੜੀ ਬੇਇੱਜ਼ਤੀ ਵਾਲੀ ਗੱਲ ਹੈ ਵੀ ਮੇਰੇ ਅੱਗੇ ਰੱਖੀ ਹੋਈ ਭੇਟਾ ਉਹ ਅੱਗਿਓਂ ਚੁੱਕ ਕੇ ਲੈ ਜਾਵੇ ਕੋਈ, ਤੇ ਬੜੀ ਬੇਇੱਜ਼ਤੀ ਵਾਲੀ ਗੱਲ ਹੈ। ਸਿੱਖ ਕਹਿੰਦਾ ਨਹੀਂ, ਇਹ ਪੰਡ ਤਾਂ ਮੈਂ ਲੈ ਕੇ ਜਾਣੀ। ਉਹ ਕਹਿੰਦਾ ਤੈਨੂੰ ਕੀ ਚਾਹੀਦਾ ਹੈ, ਇਸ ਪੰਡ ਦੇ ਬਦਲੇ ਕੀ ਚਾਹੀਦਾ? ਧਨ ਚਾਹੀਦਾ ਹੈ, ਕਿੰਨਾ ਚਾਹੀਦਾ ਦੱਸ, ਉਹ ਲੈ ਜਾ। ਕਿਉਂਕਿ ਪੰਡ ਚੁੱਕਣ ਦਾ ਮਤਲਬ ਹੈ ਵੀ ਹੇਠੀ ਕਰਨੀ, ਵੀ ਉਹ ਸਮਝਦਾ ਹੀ ਕੁਝ ਨਹੀਂ ਹੈ ਸਿੱਖ ਉਹਨੂੰ, ਬਾਦਸ਼ਾਹ ਨੂੰ। ਉਹ ਕਹਿੰਦਾ ਵੀ ਜੋ ਚਾਹੀਦਾ ਮਿਲ ਜਾਏਗਾ। ਉਹ ਕਹਿੰਦਾ ਮੈਨੂੰ ਸਿਰਫ ਚਾਹੀਦਾ ਹੈ ਜਨਮ ਮਰਨ ਦੇ ਚੱਕਰ ਤੋਂ ਖੜਾ ਛੁੱਟ ਜਾਵੇ ਮੇਰਾ, ਮੈਨੂੰ ਕੁਛ ਨਹੀਂ ਚਾਹੀਦਾ। ਦੇ ਸਕਦਾ ਹੈ ਪੰਡ ਰੱਖ ਲੈ, ਨਹੀਂ ਦੇ ਸਕਦਾ ਤੇ ਪੰਡ ਲੈ ਕੇ ਚੱਲਿਆ। ਖਿਆਲ ਕਰਿਆ ਜੇ ਸਾਡਾ ਜੀਵਨ ਕਿਵੇਂ ਦਾ ਹੈ, ਅਸੀਂ ਕੀ ਕਰਦੇ ਹਾਂ? ਅਸੀਂ ਸੰਸਾਰ ਦੀਆਂ ਵਸਤਾਂ ਵਾਸਤੇ ਗੁਰੂ ਨੂੰ ਨਹੀਂ ਕਹਿ ਦਿੰਦੇ ਕੋਈ ਗੱਲ ਨਹੀਂ ਫਿਰ ਕੀ ਹੈ ਬਾਅਦ ਚ ਵੇਖਾਂਗੇ ਤੁਹਾਨੂੰ, ਪਾਸੇ ਨਹੀਂ ਕਰ ਦਿੰਦੇ ਗੁਰੂ ਨੂੰ, ਨੁਕਰੇ ਜਿਹੇ ਲਾ ਕੇ ਰੱਖਿਆ ਹੁੰਦਾ ਅਸੀਂ। ਸਾਡੀ ਹਾਲਤ ਦੇਖੋ, ਮੈਂ ਬੇਨਤੀ ਕਰਦੇ ਵਾਂ, ਸਾਡੇ ਘਰਾਂ ਦੇ ਵਿੱਚ ਮੈਂ ਦੇਖਿਆ ਆਪਣੇ ਅੱਖੀਂ, ਸਾਡੇ ਵਾਸਤੇ ਸੌਣ ਵਾਸਤੇ ਮਾਸਟਰ ਬੈਡਰੂਮ ਨੇ, ਇਦਾਂ ਹੀ ਆ ਵੱਡੇ ਵੱਡੇ। ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਘਰਾਂ 'ਚ ਪ੍ਰਕਾਸ਼ ਹੁੰਦਾ ਹੋਵੇ, ਇੱਥੇ ਤਾਂ ਮੈਂ ਦੇਖਿਆ ਨਹੀਂ, ਪਰ ਮੈਂ ਜਿੱਥੇ ਦੇਖਿਆ ਮੈਂ ਉੱਥੇ ਦੀ ਗੱਲ ਕਰਦਾ ਵੀ ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਕੀਤਾ ਹੈ ਘਰ ਦੇ ਵਿੱਚ, ਉਹ ਇੰਨੀ ਜਗ੍ਹਾ ਹੈ ਵੀ ਸਿੱਧੇ ਹੋ ਕੇ ਤੁਸੀਂ ਉੱਥੇ ਬੈਠ ਨਹੀਂ ਸਕਦੇ, ਦੋ ਜਣੇ ਉੱਥੇ ਬੈਠ ਨਹੀਂ ਸਕਦੇ। ਉੱਥੇ ਸਤਿਗੁਰੂ ਦਾ ਪ੍ਰਕਾਸ਼ ਕੀਤਾ ਹੈ, ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹਦੇ ਬਹਿਣ ਵਾਸਤੇ ਜਗ੍ਹਾ ਤੁਸੀਂ ਕਿੰਨੀ ਕੁ ਰੱਖੀ ਹੈ। ਤੁਹਾਡੇ ਘਰੇ ਮੁਸ਼ਕਲ ਹੈ, ਕੋਈ ਦਿੱਕਤ ਨਹੀਂ ਹੈ, ਗੁਰੂ ਭਾਈ ਲਾਲੋ ਦੇ ਘਰ ਵੀ ਜਾ ਕੇ ਬੈਠ ਜਾਂਦਾ ਹੈ। ਪਰ ਖਿਆਲ ਕਰਿਆ ਜੇ ਹੰਕਾਰ ਦੇ ਵਿੱਚੋਂ ਤੇ ਮਲਕ ਭਾਗੋ ਨੂੰ ਵੀ ਨਹੀਂ ਬਖਸ਼ਦਾ। ਜੇ ਸਾਨੂੰ ਲੱਗਦਾ ਹੈ ਨਾ ਵੀ ਸਿਰਫ ਸਤਿਗੁਰੂ ਦੇ ਘਰੇ ਆਉਣ ਦੇ ਨਾਲ ਬਖਸ਼ਿਸ਼ ਹੋ ਜਾਏਗੀ, ਤੇ ਬਚਨ ਪੜ੍ਹ ਲਿਆ ਕਰੀਏ, ਰਾਜਨ ਕੌਣ ਤੁਮਾਰਾ ਆਵੇ ਐਸੋ ਭਾਓ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ। ਤੇਰੀ ਕੋਠੀ ਵੀ ਨਹੀਂ ਚੰਗੀ ਲੱਗਣੀ, ਕਿਸੇ ਦੀ ਕੁੱਲੀ ਚੰਗੀ ਲੱਗੇਗੀ, ਪਰ ਪਿਆਰ ਹੋਣਾ ਚਾਹੀਦਾ ਹੈ। ਜੇ ਪਿਆਰ ਨਹੀਂ ਹੈ, ਭਾਵਨਾ ਨਹੀਂ ਹੈ, ਸਤਿਕਾਰ ਨਹੀਂ ਹੈ, ਤੇ ਘਰ 'ਚ ਪ੍ਰਕਾਸ਼ ਕੀਤੇ ਦਾ ਵੀ ਕੋਈ ਫਾਇਦਾ ਨਹੀਂ ਹੈ। ਦਿਖਾਵਾ ਕਰਨ ਦੀ ਲੋੜ ਨਹੀਂ ਹੈ, ਭਾਵਨਾ ਹੈ। ਘਰ 'ਚ ਥੋੜੀ ਥਾਂ ਹੈ ਤੇ ਗੁਰੂ ਤਾਂ ਤੇਰੇ ਵਾਲੇ ਬੈਡਰੂਮ 'ਚ ਵੀ ਰਹਿ ਲਏਗਾ, ਕੋਈ ਮਸਲਾ ਹੀ ਨਹੀਂ ਹੈਗਾ। ਤੇਰੇ ਜਿੱਥੇ ਤੂੰ ਰਹਿਣਾ ਹੈ ਉੱਥੇ ਹੀ ਗੁਰੂ ਵੀ ਰਹਿ ਲਏਗਾ, ਕੋਈ ਮਸਲਾ ਹੀ ਨਹੀਂ ਹੈ। ਇੱਕ ਛੋਟੇ ਕਮਰੇ 'ਚ ਵੀ ਰਹਿ ਲਏਗਾ। ਪਰ ਜੇ ਜਗ੍ਹਾ ਹੈ ਆਪਣੇ ਲਈ, ਤੇਰਾ ਕਮਰਾ ਬਣਿਆ ਹੈ 20 ਬਾਈ 20 ਦਾ,
ਤੇ ਸਤਿਗੁਰੂ ਦਾ ਬਣਾਇਆ 4x4 ਦਾ, ਇਹ ਤਾਂ ਫਿਰ ਤੂੰ ਐ ਸੋਚ ਰਿਹਾ ਹੈ ਵੀ ਸਤਿਗੁਰੂ ਤਾਂ ਕਿਤਾਬ ਨੇ, ਕਿਤਾਬ ਮੰਨ ਕੇ ਬੈਠਾ। ਜੇ ਬਾਦਸ਼ਾਹ ਮੰਨਿਆ ਹੁੰਦਾ, ਪਾਤਸ਼ਾਹਾਂ ਦਾ ਪਾਤਸ਼ਾਹ ਮੰਨਿਆ ਹੁੰਦਾ, ਤੇ ਵੀਰ ਕਦੇ ਇਦਾਂ ਨਾ ਕਰਦਾ। ਸਾਹਿਬ ਦੇ ਦਰਬਾਰ ਦੀ ਗੱਲ ਕਰਦੇ ਆ ਤੇ ਅਸੀਂ ਆਪਣੇ ਜੀਵਨ ਨੂੰ ਦੇਖੀ, ਅਸੀਂ ਕੀ ਸਮਝਿਆ ਹੋਇਆ ਗੁਰੂ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਨੂੰ ਗੈਰਤ ਦੇ ਨਾਲ ਜਿਉਣ ਦੀ ਗੁੜਤੀ ਦਿੱਤੀ ਹੈ। ਤੇ ਸਾਹਿਬ ਦਾ ਉਸ ਵਕਤ ਦਾ ਇੱਕ ਬੋਲ ਬੜਾ ਕਮਾਲ ਦਾ ਸੀ, ਸਿੱਖੀ ਦੇ ਵਿੱਚ ਕਾਇਰਤਾ ਨੂੰ ਕੋਈ ਥਾਂ ਨਹੀਂ ਹੈਗੀ, ਇਹ ਕੌਮੀ ਗੁਨਾਹ ਹੈ। ਸਾਹਿਬ ਦੇ ਬੋਲ ਸਨ, ਪ੍ਰਿੰਸੀਪਲ ਵੀਰ ਸਿੰਘ ਨੇ ਲਿਖੇ ਨੇ। ਕਾਇਰਤਾ ਕੌਮੀ ਗੁਨਾਹ ਹੈ, ਇਸ ਦੇ ਲਈ ਕੋਈ ਮੁਆਫੀ ਨਹੀਂ ਹੈ। ਸਤਿਗੁਰੂ ਨੇ ਏਡਾ ਕਮਾਲ ਦਾ ਅਣਖ ਦਾ ਜੀਵਨ ਜਿਉਣ ਦੀ ਸਾਨੂੰ ਤਾਕੀਦ ਕੀਤੀ ਹੈ ਵੀ ਸਾਹਮਣੇ ਬਾਦਸ਼ਾਹ ਵੀ ਹੋਵੇ ਤੇ ਫਰਕ ਨਹੀਂ ਪੈਂਦਾ, ਸਿਧਾਂਤਾਂ ਤੋਂ ਨਹੀਂ ਟਲਣਾ। ਤੇ ਅਸੀਂ ਸਿਧਾਂਤ ਤਾਂ ਉਸੇ ਵੇਲੇ ਛੱਡ ਦਿੰਨੇ ਆ, ਸਾਨੂੰ ਥੋੜਾ ਜਿਹਾ ਲਾਲਚ ਮਿਲ ਜਾਵੇ, ਸਾਨੂੰ ਥੋੜਾ ਜਿਹਾ ਕੁਛ ਅੱਗੇ ਦਿਖਣ ਲੱਗ ਜਾਵੇ, ਅਸੀਂ ਇਦਾਂ ਦੇ ਹੋ ਗਏ। ਫਿਰ ਅਸੀਂ ਕਹਿੰਦੇ ਸਤਿਗੁਰੂ ਜੀ ਦੁੱਖ ਬੜੇ ਨੇ, ਤਕਲੀਫਾਂ ਬੜੀਆਂ ਨੇ, ਮੁਸ਼ਕਲਾਂ ਬੜੀਆਂ ਨੇ। ਸਾਹਿਬ ਕਹਿੰਦੇ ਫਿਰ ਕਿਹਨੂੰ ਆਉਣਗੀਆਂ? ਤੈਨੂੰ ਹੀ ਤਾਂ ਆਉਣਗੀਆਂ ਨਾ, ਗੁਰੂ ਨੂੰ ਤੂੰ ਭੁੱਲ ਕੇ ਬੈਠਾ ਹੈ, ਮੁਸ਼ਕਲਾਂ ਕਿਹਨੂੰ ਆਉਣੀਆਂ ਨੇ? ਰਾਖੇ ਨੂੰ ਤੇ ਛੱਡ ਕੇ ਬੈਠਾ ਹੈ, ਜਿਹਨੇ ਬਖਸ਼ਿਸ਼ਾਂ ਕਰਨੀਆਂ ਉਹਨੂੰ ਪਾਸੇ ਕਰਕੇ ਬੈਠਾ ਹੈ। ਫਿਰ ਚਾਹੁੰਦਾ ਹੈ ਸੁੱਖ ਤੈਨੂੰ ਮਿਲ ਜਾਵੇ, ਸੁੱਖ ਨਹੀਂ ਮਿਲਣਾ। ਸੁੱਖ ਤਾਂ ਗੁਰੂ ਦੇ ਕੋਲ ਹੈ, ਤੇ ਉਹਨੂੰ ਹੀ ਮਿਲੇਗਾ ਜਿਹੜਾ ਗੁਰੂ ਦੀ ਸ਼ਰਨ ਚ ਆਵੇ, ਜਿਹੜਾ ਸਤਿਗੁਰੂ ਦੇ ਦਰ ਤੇ ਆ ਜਾਵੇ। ਆਪਾਂ ਛੱਡ ਕੇ, ਵੈਰ ਵਿਰੋਧ ਛੱਡ ਕੇ, ਹਉਮੈ ਦੀ ਗੱਲ, ਮੈਂ ਮੇਰੀ ਦੀ ਗੱਲ ਛੱਡ ਕੇ, ਤੇ ਜੇ ਸ਼ਸਤਰ ਦੀ ਗੱਲ ਕਰਦੇ ਹਾਂ ਤੇ ਖਿਆਲ ਰੱਖਿਆ ਕਰੀਏ, ਸ਼ਸਤਰ ਕੱਲਾ ਧਾਰਨ ਕਰ ਲੈਣਾ ਸਿੱਖੀ ਦੇ ਦਾਇਰੇ 'ਚ ਨਹੀਂ ਆਉਂਦਾ। ਸਿੱਖੀ ਦੇ ਵਿੱਚ ਸ਼ਸਤਰ ਬਾਅਦ ਵਿੱਚ ਆਉਂਦਾ ਹੈ, ਪਹਿਲਾਂ ਸਿਧਾਂਤ ਆਉਂਦਾ ਹੈ। ਸ਼ਾਸਤਰ ਪਹਿਲਾਂ ਹੈ, ਸ਼ਸਤਰ ਬਾਅਦ ਵਿੱਚ ਹੈ, ਪਰ ਹੈ ਦੋਵੇਂ ਚੀਜ਼ਾਂ, ਇੱਕ ਨਹੀਂ ਹੈ। ਸ਼ਸਤਰ ਤੇ ਸ਼ਾਸਤਰ ਦੋਵੇਂ ਨੇ, ਪਰ ਸ਼ਾਸਤਰ ਪਹਿਲਾਂ ਹੈ, ਸ਼ਸਤਰ ਬਾਅਦ 'ਚ ਹੈ। ਕਿਉਂਕਿ ਜੇ ਤੁਹਾਨੂੰ ਸ਼ਾਸਤਰ ਦਾ ਗਿਆਨ ਹੈ, ਗੁਰਬਾਣੀ ਦਾ ਗਿਆਨ ਹੈ, ਤੁਹਾਨੂੰ ਪਤਾ ਹੋਏਗਾ ਸ਼ਸਤਰ ਵਰਤਣਾ ਕਿੱਥੇ ਹੈ। ਨਹੀਂ ਤੇ ਐਵੇਂ ਹਉਮੈ ਦੇ ਵਿੱਚ ਹੋ ਕੇ ਕਹੋਗੇ ਸੰਸਾਰ ਨੂੰ ਅਸੀਂ ਬੜੇ ਹਥਿਆਰ ਚੁੱਕੀ ਫਿਰਦੇ। ਜਿੱਦਣ ਸ਼ਸਤਰ ਗੁਰੂ ਦੇ ਹੁਕਮ ਦੇ ਨਾਲ ਚੁੱਕਾਂਗੇ, ਉਦਣ ਦੂਜਿਆਂ ਦੀ ਰੱਖਿਆ ਦੇ ਲਈ। ਸ਼ਸਤਰ ਚੁੱਕ ਕੇ ਫਿਰ ਹੰਕਾਰ ਨਹੀਂ ਆਏਗਾ। ਸ਼ਸਤਰ ਚੁੱਕ ਕੇ ਮੂੰਹ ਚੋਂ ਇਹ ਨਹੀਂ ਕਹੋਗੇ ਵੀ ਜਿਹੜਾ ਮਰਜ਼ੀ ਆਵੇ ਦੇਖ ਲਵਾਂਗੇ। ਸ਼ਸਤਰ ਚੁੱਕ ਕੇ ਵੀ ਨਿਮਰਤਾ ਦੇ ਵਿੱਚ ਹੋਵੇ। ਸ਼ਸਤਰ ਚੁੱਕ ਕੇ ਵੀ ਇੰਨੀ ਨਿਮਰਤਾ ਹੋਏਗੀ ਵੀ ਪੈਂਦੇ ਖਾਂ ਆਵੇਗਾ ਚੜ ਕੇ, ਤੇ ਇਹ ਨਹੀਂ ਵੀ ਈਰਖਾ ਵਸ ਹੋ ਕੇ ਤੇ ਵਾਰ ਕਰ ਦਿੱਤਾ ਜਾਏਗਾ। ਪੈਂਦੇ ਖਾਂ ਨੂੰ ਮੌਕਾ ਦਿੱਤਾ ਜਾਏਗਾ, ਪੈਂਦੇ ਖਾਂ ਤੂੰ ਵਾਰ ਕਰ, ਪਹਿਲਾਂ ਦੂਜਾ ਵੀ ਕਰ ਲੈ, ਤੀਜਾ ਵੀ ਕਰ ਲੈ। ਜਦੋਂ ਤੀਜੇ ਦੀ ਗੱਲ ਆਏਗੀ ਉਸ ਤੋਂ ਬਾਅਦ ਜਵਾਬ ਦਿੱਤਾ ਜਾਏਗਾ। ਸ਼ਸਤਰਧਾਰੀ ਹੋਣ ਤੋਂ ਪਹਿਲਾਂ ਸਬਰ ਹੋਣਾ ਜ਼ਰੂਰੀ ਹੈ। ਬੰਦੂਕਾਂ ਚੁੱਕ ਕੇ, ਕਿਰਪਾਨਾਂ ਚੁੱਕ ਕੇ, ਹਥਿਆਰ ਚੁੱਕ ਕੇ ਇਕੱਲਾ ਕੰਮ ਨਹੀਂ ਚੱਲਣਾ। ਪਹਿਲਾਂ ਸੁਰਤ ਟਿਕੀ ਹੋਈ ਹੋਣੀ ਚਾਹੀਦੀ ਹੈ। ਸੁਰਤ ਦੇ ਵਿੱਚ ਟਿਕਾ ਅੱਤ ਦਾ ਲੋੜੀਂਦਾ ਹੈ। ਜਿਹੜਾ ਸਾਡਾ ਮਾਫ ਕਰ ਦੇਣਾ, ਸਾਡੀ ਸੁਰਤ ਦਾ ਪੱਧਰ, ਸਾਡੇ ਜੀਵਨ ਦਾ ਪੱਧਰ ਬੜਾ ਨੀਵਾਂ ਹੋ ਗਿਆ, ਕਿਉਂਕਿ ਧੁਰੇ ਤੋਂ ਟੁੱਟ ਗਏ। ਸਾਡੀ ਹਾਲਤ ਹੋਈ ਪਈ ਹੈ ਮੂਲ ਛੋੜ ਡਾਲੀ ਲੱਗੇ। ਮੂਲ ਨੂੰ ਛੱਡ ਕੇ ਟਹਿਣੀਆਂ ਦੇ ਨਾਲ ਲਟਕਦੇ ਫਿਰਦੇ ਆ। ਤੇ ਜਿਹੜਾ ਮੂਲ ਨੂੰ ਛੱਡ ਦੇਵੇ, ਤੇ ਸਾਹਿਬ ਦਾ ਬਚਨ ਹੈ, ਪੱਤਰ ਪੁਰਝੇਣ ਝੜੀਆਂ ਨਹ ਜੜੀਆਂ ਪੇੜ ਸੰਪਤਾ। ਪੱਤਾ ਟੁੱਟ ਜਾਵੇ ਟਾਹਣੀ ਦੇ ਨਾਲੋਂ, ਉਹਦੀ ਹਾਲਤ ਕੀ ਹੁੰਦੀ ਹੈ? ਅਖੀਰ ਉਹ ਸੁੱਕ ਕੇ, ਝੜ ਕੇ ਸੁੱਕ ਜਾਂਦਾ ਏ, ਅਖੀਰ ਮਿੱਟੀ 'ਚ ਮਿਲ ਜਾਂਦਾ ਏ। ਕਿਤੇ ਸਾਡੀ ਹਾਲਤ ਵੀ ਨਾ ਇਦਾਂ ਦੀ ਹੋ ਜਾਵੇ। ਮੂਲ ਸਾਡਾ ਰੱਬੀ ਬਾਣੀ ਹੈ, ਪਹਿਲੋਂ ਰੱਬੀ ਬਾਣੀ ਦੇ ਨਾਲ ਜੁੜੀਏ, ਉਸ ਤੋਂ ਬਾਅਦ ਫਿਰ ਅਸੀਂ ਸ਼ਸਤਰਧਾਰੀ ਹੋਣਾ ਵੀ ਅੱਦਾ ਲਾਜ਼ਮੀ ਹੈ। ਤੇ ਅੰਮ੍ਰਿਤ ਛਕ ਲਿਆ, ਖੰਡੇ ਬਾਟੇ ਦੀ ਪਾਹੂ ਲੈ ਲਈ, ਤੇ ਗਲ 'ਚ ਉਹ ਇੱਕ ਕਿਰਪਾਨ ਪਾ ਲੈਣੀ, ਛੋਟੀ ਜੀ। ਸ਼ਸਤਰ ਨਹੀਂ ਹੈ, ਉਹ ਕਕਾਰਾਂ 'ਚ ਨਹੀਂ ਆਉਂਦਾ। ਕੱਲ ਨੂੰ ਇਹ ਹੋਏਗਾ ਨਾ, ਅੱਜ ਤੁਸੀਂ ਕੰਘਾ, ਮੈਂ ਵੇਖਿਆ ਕਈ ਵਾਰ ਕੰਘਾ ਤੇ ਕਿਰਪਾਨ ਇੱਕ ਛੋਟੀ ਜੀ ਗਲ 'ਚ ਪਾਈ ਹੁੰਦੀ ਹੈ ਜੀ। ਦੇਖੋ ਜੀ ਅਸੀਂ ਕਕਾਰ ਪਾਇਆ ਹੈ, ਮਾਫ ਕਰ ਦੇਣਾ, ਮੈਂ ਬੇਨਤੀ ਕਰਦਾ ਹੁੰਦਾ, ਜੇ ਇਦਾਂ ਚੱਲਦਾ ਰਿਹਾ ਤੇ ਕਿਤੇ ਹਾਲਾਤ ਇਦਾਂ ਦੇ ਵੀ ਆ ਜਾਣੇ ਨੇ। ਇੱਕ ਕੇਸ ਤੋੜ ਕੇ ਇੱਕ ਦੋ ਤੇ ਉਹੀ ਬੰਨ ਕੇ ਕਹਿਣਾ ਦੇਖੋ ਜੀ ਅਸੀਂ ਕੇਸਾਧਾਰੀ ਵੀ ਹੈਗੇ। ਇਦਾਂ ਇਹ ਕਕਾਰ ਨਹੀਂ ਹੈ।
ਕਕਾਰ ਕਕਾਰ ਹੀ ਹੁੰਦਾ, ਘੱਟੋ ਘੱਟ ਇੰਨਾ ਹੋਵੇ ਜੇ ਵਰਤਿਆ ਜਾਵੇ ਤੇ ਵਰਤਣ ਵੇਲੇ ਉਹ ਵਰਤੋਂ 'ਚ ਆ ਸਕੇ, ਉਹ ਨਹੀਂ ਵੀ ਜਿਹੜਾ ਵਰਤੋਂ 'ਚ ਹੀ ਨਾ। ਕੋਈ ਸ਼ਸਤਰ ਤਾਂ ਇਸ ਕਰਕੇ ਹੈ ਨਾ ਵੀ ਦੂਜੇ ਦੀ ਰੱਖਿਆ ਕਰ ਸਕੀਏ, ਤੇ ਜੇ ਉਹ ਕਿਸੇ ਕੰਮ ਹੀ ਨਹੀਂ ਆ ਰਿਹਾ, ਮਾਫ ਕਰ ਦੇਣਾ ਸ਼ਬਦ ਵਰਤਣ ਲੱਗਾ ਮੈਂ, ਜਿਹੜਾ ਸ਼ਸਤਰ ਤੁਹਾਡਾ ਲੋੜ ਪੈਣ ਦੇ ਉੱਤੇ ਤੁਹਾਨੂੰ ਗੰਢਾ ਚੀਰ ਕੇ ਨਹੀਂ ਦੇ ਸਕਦਾ, ਤੁਹਾਡੀ ਰਾਖੀ ਕੀ ਕਰੇਗਾ? ਉਹ ਤੁਹਾਡੀ ਰਾਖੀ ਕਿੱਥੋਂ ਕਰ ਸਕਦਾ ਹੈ? ਉਹ ਰਾਖੀ ਵੀ ਨਹੀਂ ਕਰ ਸਕਦਾ। ਤੇ ਰਹਿਤ ਦੇ ਵਿੱਚ ਹੋਈਏ, ਰਹਿਤ ਤੋਂ ਬਿਨਾਂ ਕੁਝ ਨਹੀਂ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਐਵੇਂ ਦਾਅਵੇ ਨਾ ਕਰਦੇ ਰਹੀਏ ਵੀ ਅਸੀਂ ਦੇਖੋ ਜੀ ਬਾਹਰੀ ਤੌਰ ਤੇ ਆਹ ਕਰਦੇ ਹਾਂ, ਆਹ ਵੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਬੜੀ ਚੰਗੀ ਗੱਲ, ਪ੍ਰਵਾਨ ਹੈ ਤੁਹਾਡੀ ਸੇਵਾ, ਪ੍ਰਵਾਨ ਹੈ, ਤੁਹਾਡੇ ਸਾਰੇ ਕਾਰਜ ਕੀਤੇ ਹੋਏ ਪ੍ਰਵਾਨ ਨੇ। ਪਰ ਜੇ ਖੰਡੇ ਬਾਟੇ ਦੀ ਪਾਹੁਲ ਨਹੀਂ ਹੈ ਤੇ ਐਡਮਿਸ਼ਨ ਨਹੀਂ ਹੈ, ਪੜ੍ਹਾਈ ਜਿੰਨੀ ਮਰਜ਼ੀ ਕਰ ਲਓ, ਸਰਟੀਫਿਕੇਟ ਨਹੀਂ ਮਿਲਣਾ। ਕੋਈ ਇੰਜੀਨੀਅਰਿੰਗ ਦੀ ਸਾਰੀ ਪੜ੍ਹਾਈ ਕਰ ਆਵੇ, ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਹੀ ਨਹੀਂ ਲਿਆ ਉਹਨੇ, ਆਉਂਦਾ ਬਹੁਤ ਕੁਝ ਹੈ, ਕੰਮ ਸਾਰੇ ਕਰ ਸਕਦਾ ਹੈ, ਪਰ ਕੀ ਉਹ ਸਰਟੀਫਿਕੇਟ ਲੈ ਸਕਦਾ ਕਿਤੋਂ? ਸਤਿਗੁਰੂ ਦੇ ਦਰ ਤੋਂ ਫਿਰ ਇਹ ਸਰਟੀਫਿਕੇਟ ਬਖਸ਼ਿਸ਼ ਰੂਪ ਜਿਹੜੇ ਨੇ ਉਹ ਪ੍ਰਾਪਤ ਉਦਣ ਹੀ ਹੋਣਗੇ ਜਿੱਦਣ ਸਤਿਗੁਰੂ ਦੇ ਹੁਕਮ ਦੇ ਵਿੱਚ ਆਵਾਂਗੇ। ਤੇ ਸਾਹਿਬ ਦਾ ਹੁਕਮ ਹੈ ਧਰੇ ਕੇਸ਼ ਪਾਹੁਲ ਬਿਨਾ। ਇਹ ਸਾਹਿਬ ਦੇ ਰਹਿਤਨਾਮਿਆਂ ਦੇ ਬੋਲ ਨੇ, ਮੈਂ ਕੋਲੋਂ ਨਹੀਂ ਬੋਲ ਰਿਹਾ। ਧਰੇ ਕੇਸ਼ ਪਾਹੁਲ ਬਿਨਾ ਭੇਖੀ ਮੂੜਾ ਸਿੱਖ, ਭੇਖੀ ਦਿਖਾਵੇ ਦਾ। ਮੇਰਾ ਦਰਸ਼ਨ ਨਾਹੇ ਤਿਸ ਪਾਪੀ ਤਿਆਗੈ ਭਿਖ। ਸਾਹਿਬ ਕਹਿੰਦੇ ਮੇਰਾ ਦਰਸ਼ਨ ਉਹਨੂੰ ਨਹੀਂ ਹੋ ਸਕਦਾ, ਉਹ ਮਨ ਦਾ ਭੁਲੇਖਾ ਕੱਢ ਦੇਵੇ। ਇਹ ਸਾਹਿਬ ਦੇ ਰਹਿਤਨਾਮਿਆਂ ਦੇ ਬੋਲ ਨੇ। ਸ਼ਸਤਰਧਾਰੀ ਹੋਈਏ ਜੋ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਪਰ ਉਸ ਤੋਂ ਪਹਿਲਾਂ ਸ਼ਾਸਤਰਧਾਰੀ ਹੋਈਏ, ਗਿਆਨ ਸਾਡੇ ਕੋਲ ਹੋਵੇ, ਰੱਬੀ ਬਾਣੀ ਦੀ ਸਮਝ ਹੋਵੇ, ਸੋਝੀ ਹੋਵੇ, ਬਾਣੀ ਨੂੰ ਪੜ੍ਹਨਾ ਸ਼ੁਰੂ ਕਰੀਏ। ਇਹ ਬਾਣੀ ਤੋਂ ਬਿਨਾ ਸਾਡਾ ਕੋਈ ਜੀਵਨ ਨਹੀਂ ਹੈ। ਸਾਹਿਬ ਦਾ ਬਚਨ ਹੈ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਕ ਨਾ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਗੁਰੂ ਇੱਕ ਪਲ ਵਾਸਤੇ ਬਾਣੀ ਤੋਂ ਦੂਰ ਨਹੀਂ ਹੁੰਦਾ। ਸਿੱਖਾ ਤੂੰ ਬਾਣੀ ਦੇ ਨਾਲ ਜੁੜਦਾ ਨਹੀਂ ਹੈ, ਫਿਰ ਬਖਸ਼ਿਸ਼ ਕਿੱਥੋਂ ਭਾਲਦਾ ਹੈ? ਬਖਸ਼ਿਸ਼ਾਂ ਨਹੀਂ ਹੋਣਗੀਆਂ। ਸੁਰਤ ਨੂੰ ਇਕਾਗਰ ਕਰਕੇ ਗੁਰਬਾਣੀ ਦੇ ਨਾਲ ਜੁੜਨਾ ਸ਼ੁਰੂ ਕਰੀਏ, ਗੁਰਬਾਣੀ ਦੇ ਲੜ ਲੱਗੀਏ, ਸਤਿਗੁਰੂ ਦਾ ਸਤਿਕਾਰ ਇੱਦਾਂ ਹੀ ਕਰੀਏ। ਕਿਤੇ ਇਹ ਨਾ ਹੋਵੇ ਵੀ ਅਸੀਂ ਕਿਤਾਬ ਹੀ ਸਮਝਦੇ ਰਹੀਏ। ਕਿਤਾਬ ਸਮਝ ਕੇ ਨਹੀਂ, ਸਤਿਗੁਰੂ ਨੂੰ ਪ੍ਰਤੱਖ ਸਮਝ ਕੇ, ਸਤਿਗੁਰੂ ਨੂੰ ਹਾਜ਼ਰਾ ਹਜ਼ੂਰ ਸਮਝ ਕੇ, ਸਾਹਿਬ ਮੇਰਾ ਨੀਤ ਨਵਾਂ ਦੀ ਗੱਲ ਨੂੰ ਸਮਝ ਕਰਕੇ ਫਿਰ ਅਸੀਂ ਸਾਹਿਬ ਦੇ ਦਰਸ਼ਨ ਦੀਦਾਰ, ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਦੇ ਹਾਂ। ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਬਖਸ਼ ਲੈਣ। ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਗੁਰੂ ਦੇ ਸਿਧਾਂਤ ਨੂੰ ਹਿਰਦੇ 'ਚ ਵਸਾਉਣ ਦੀ ਖੇਚਲਾ ਕਰਨੀ, ਸਤਿਗੁਰੂ ਦੇ ਕੋਲ ਅਰਦਾਸ ਕਰਨੀ। ਸਾਹਿਬ ਜੀਓ ਤੁਸੀਂ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰ ਦੇਵੋਗੇ ਤੇ ਅਸੀਂ ਹੁਕਮ ਦੇ ਵਿੱਚ ਚੱਲ ਸਕਦੇ ਹਾਂ। ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚਾ। ਸਭ ਕੋਏ ਇਹ ਗੱਲ ਵੀ ਪੱਕੀ ਹੈ ਵੀ ਅਸੀਂ ਆਪਣੇ ਤਰੀਕੇ ਦੇ ਨਾਲ, ਆਪਣੀਆਂ ਮਰਜ਼ੀਆਂ ਦੇ ਨਾਲ ਤੁਹਾਡੇ ਹੁਕਮ 'ਚ ਵੀ ਨਹੀਂ ਚੱਲ ਸਕਦੇ। ਜੇ ਤੁਸੀਂ ਰਹਿਮਤ ਕਰ ਦੇਵੋ ਤੇ ਤੁਹਾਡੇ ਹੁਕਮ 'ਚ ਵੀ ਆ ਸਕਦੇ ਹਾਂ। ਸਭ ਕਿਰਪਾਲੂ ਦਇਆ ਕਰਨ। ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸਰਬੱਤ ਸੰਗਤਾਂ ਨੂੰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤਿਨਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਮੁਬਾਰਕਾਂ ਸਤਿਗੁਰੂ ਸਮਤ ਬਖਸ਼ਣ, ਜਿਉਣ ਦੀ ਸੋਝੀ ਵੱਲ ਬਖਸ਼ ਦੇਣ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।